वंदे कर चलिए। मैं खुश होया जद मैनू आखण लगे। मैं खुश होया जद मैनू आखण लगे। यरूशलेम तो खुदा बंदा शहर है। यरूशलेम तो खुदा बंदा शहर है। यरूशलेम तो खुदा बंदा शहर है। यरूशलेम तो खुदा बंदा शहर। तेरे बूया विच होण खड़े साडे पैर। तेरे बूया विच होण खड़े साडे पैर। खुश होया जद मैनू आखण लगे। मैं खुश होया जद मैनू आखण लगे। आओ खुदा बंदे कर चलिए। आओ खुदा बंदे कर चलिए। खुश होया जद मैनू आखण लगे। मैं खुश होया जद मैनू आखण लगे। बाप ਅਤੇ बेटा ਅਤੇ रूह पाक ਦੇ ਨਾਂ ਦੇ ਉੱਤੇ आमीन। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਦੇ ਪਹਿਲੇ ਪਾਠ ਵਿੱਚ ਅਸੀਂ ਸੁਣਾਂਗੇ ਕਿ ਕਿਵੇਂ ਰਾਜਾ ਯਰੋਬੋਆਮ ਲੋਕਾਂ ਨੂੰ ਸਹੀ ਰਸਤੇ ਤੋਂ ਭਟਕਾਉਂਦਾ ਹੈ, ਉਹਨਾਂ ਨੂੰ ਸੱਚੇ ਖੁਦਾ ਦੀ ਭਗਤੀ ਕਰਨ ਦੇ ਵਿੱਚ ਰੁਕਾਵਟ ਬਣਦਾ ਹੈ। ਇਹ ਸਭ ਉਹ ਆਪਣੇ ਲਾਲਚ ਲਈ ਕਰਦਾ ਹੈ। ਇਹ ਸਭ ਉਹ ਆਪਣਾ ਆਪ ਨੂੰ ਸਥਾਪਿਤ ਰੱਖਣ ਲਈ ਕਰਦਾ ਹੈ। ਇਹ ਲਾਲਚ ਸਾਡੇ ਸਾਰਿਆਂ ਵਿੱਚ ਆਉਂਦਾ ਹੈ। ਅਸੀਂ ਵੀ ਕਈ ਵਾਰੀ ਸੱਚਾਈ ਨੂੰ ਜਾਣਦੇ ਹੋਏ ਝੂਠ ਵਿੱਚ ਰਹਿਣਾ ਚਾਹੁੰਦੇ ਹਾਂ। ਚਾਨਣ ਨੂੰ ਜਾਣਦੇ ਹੋਏ ਹਨੇਰੇ ਵਿੱਚ ਰਹਿਣਾ ਚਾਹੁੰਦੇ ਹਾਂ। ਪਰ ਜੇਕਰ ਸਾਨੂੰ ਸੱਚੇ ਖੁਦਾ ਦਾ ਗਿਆਨ ਹੈ, ਚਾਨਣ ਦਾ ਗਿਆਨ ਹੈ, ਤਾਂ ਸਾਨੂੰ ਚਾਨਣ ਵਿੱਚ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਲਈ ਆਓ ਅਸੀਂ ਸਾਰੇ ਆਪਣੇ ਗੁਨਾਹਾਂ ਗਲਤੀਆਂ ਤੇ ਮਾਫੀ ਮੰਗੀਏ, ਆਪਣੇ ਝੂਠ ਤੋਂ ਵਾਪਸ ਮੁੜੀਏ ਅਤੇ ਆਪਣੇ ਪਾਪਾਂ ਦੀ ਤਪੱਸਿਆ ਕਰਦੇ ਹੋਏ, ਮਾਫੀ ਮੰਗਦੇ ਹੋਏ ਖੁਦਾ ਵੱਲ ਮੁੜੀਏ, ਕਿਉਂਕਿ ਉਹ ਇਸ ਪਾਕਮਸਤ ਦੀ ਕੁਰਬਾਨੀ ਵਿੱਚ ਸਾਨੂੰ ਮਿਲਣ ਲਈ ਆਉਂਦਾ ਹੈ, ਸਾਨੂੰ ਨਰੋਇਆ ਕਰਨ ਲਈ ਆਉਂਦਾ ਹੈ, ਸਾਡੇ ਨਾਲ ਰਹਿਣ ਲਈ ਆਉਂਦਾ ਹੈ ਅਤੇ ਸਾਨੂੰ ਚਾਨਣ ਵਿੱਚ ਚੱਲਣ ਲਈ ਮਦਦ ਦਿੰਦਾ ਹੈ। ਤੇ ਆਓ ਅਸੀਂ ਸੱਚਮੁੱਚ ਅੱਜ ਖੁਦਾ ਦਾ ਵਚਨ ਸੁਣੀਏ ਅਤੇ ਜੇ ਅਸੀਂ ਭਟਕੇ ਹੋਏ ਹਾਂ ਰਾਜਾ ਯਰੋਬੋਆਮ ਵਾਂਗ, ਤਾਂ ਆਓ ਅਸੀਂ ਆਪਣੇ ਆਪ ਦੇ ਰਸਤਿਆਂ ਨੂੰ ਬਦਲੀਏ ਅਤੇ ਸੱਚੇ ਖੁਦਾ ਦੀ ਭਗਤੀ ਅਤੇ ਆਰਾਧਨਾ ਕਰੀਏ। ਅਸੀਂ ਇਸ ਪਵਿੱਤਰ ਕੁਰਬਾਨੀ ਨੂੰ ਚੜਾਉਣ ਦੇ ਲਈ ਆਪਣੇ ਪਾਪਾਂ ਤੋਂ ਪਛਤਾਵਾ ਕਰੀਏ ਅਤੇ ਮਾਫੀ ਮੰਗੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ
ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਮੈਂ ਬੇਨਤੀ ਕਰਦੀ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਿੱਧੀ ਵਿੱਚ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਹੈ ਪ੍ਰਭੂ ਸਾਡੇ ਖੁਦਾ, ਆਪਣੇ ਬਾਪ ਵਰਗਾ ਪਿਆਰ ਦੇ ਕੇ ਆਪਣੇ ਪਰਿਵਾਰ ਨੂੰ ਸੰਭਾਲ। ਸਾਡੀ ਉਮੀਦ ਦਾ ਇੱਕੋ ਹੀ ਸੋਮਾ ਉਹੀ ਫਜ਼ਲ ਹੈ ਜੋ ਤੇਰੇ ਤੋਂ ਹੀ ਸਾਨੂੰ ਮਿਲਦਾ ਹੈ। ਆਪਣੀ ਹਿਫਾਜ਼ਤ ਨਾਲ ਹਮੇਸ਼ਾ ਸਾਡੀ ਮਦਦ ਕਰ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਖੁਦਾ ਤੁਹਾਡੇ ਦਿਲ ਅਤੇ ਜ਼ੁਬਾਨ ਉੱਤੇ ਤਾਂ ਕਿ ਯੋਗ ਰੀਤੀ ਨਾਲ ਤੁਸੀਂ ਉਸ ਦੀ ਬਾਣੀ ਸੁਣ ਬਾਪ ਬੇਟੇ ਨੂੰ ਬਾਪ ਦੇ ਨਾਮ ਤੇ। ਪਾਠ ਪਹਿਲਾ ਰਾਜਾ ਉਸ ਦਾ 12 ਬਾਬ 26 ਤੋਂ 32 ਅਤੇ 13 ਬਾਬ ਦੀ 33 ਤੋਂ 34 ਆਇਤ ਤੱਕ। ਤਦ ਯਰੋਬੋਆਮ ਨੇ ਸੋਚਿਆ, ਹੋ ਸਕਦਾ ਹੈ ਕਿ ਮੇਰੇ ਰਾਜ ਦੇ ਲੋਕੀ ਦਾਊਦ ਦੇ ਵੰਸ਼ ਵੱਲ ਮੁੜ ਜਾਣ, ਕਿਉਂਕਿ ਜੇਕਰ ਇਹ ਲੋਕ ਬਲੀਆਂ ਚੜਾਉਣ ਯਰੂਸ਼ਲਮ ਵਿੱਚ ਜਾਣਗੇ ਤਾਂ ਇਹ ਦੁਬਾਰਾ ਆਪਣੇ ਮਾਲਕ ਯਹੂਦਾ ਦੇ ਰਾਜਾ ਰਹਸੂਆਮ ਵੱਲ ਮੁੜ ਕੇ ਉਸ ਦੇ ਵਫਾਦਾਰ ਹੋ ਸਕਦੇ ਹਨ। ਇਹ ਹੋਣ ਤੇ ਇਹ ਲੋਕ ਮੈਨੂੰ ਕਤਲ ਕਰ ਦੇਣਗੇ। ਇਸ ਲਈ ਯਰੋਬੋਆਮ ਨੇ ਸੋਚ ਵਿਚਾਰ ਕਰਨ ਦੇ ਪਿੱਛੋਂ ਸੋਨੇ ਦੇ 2 ਵੱਛੇ ਬਣਾਏ ਅਤੇ ਆਪਣੇ ਲੋਕਾਂ ਨੂੰ ਕਿਹਾ, ਤੁਸੀਂ ਕਾਫੀ ਲੰਮੇ ਸਮੇਂ ਤੋਂ ਯਰੂਸ਼ਲਮ ਵਿੱਚ ਪੂਜਾ ਦੇ ਲਈ ਜਾ ਰਹੇ ਹੋ, ਪਰ ਇਸਰਾਏਲੀ ਲੋਕੋ, ਤੁਹਾਡੇ ਅਸਲ ਦੇਵਤੇ ਇਹ ਹਨ ਜੋ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਕੇ ਲਿਆਏ ਹਨ। ਉਸ ਨੇ ਇੱਕ ਵੱਛਾ ਬੈਤੇਲ ਵਿੱਚ ਰੱਖਿਆ ਅਤੇ ਦੂਜਾ ਦਾਨ ਵਿੱਚ। ਇਸ ਤਰ੍ਹਾਂ ਲੋਕਾਂ ਨੇ ਇਹਨਾਂ ਥਾਵਾਂ ਉੱਤੇ ਜਾ ਕੇ ਪ੍ਰਭੂ ਦੇ ਵਿਰੁੱਧ ਪਾਪ ਕੀਤਾ। ਯਰੋਬੋਆਮ ਨੇ ਹੋਰ ਵੀ ਕਈ ਪੂਜਾ ਦੀਆਂ ਥਾਵਾਂ ਪਹਾੜ ਦੀਆਂ ਚੋਟੀਆਂ ਉੱਤੇ ਬਣਾਈਆਂ ਅਤੇ ਉਸ ਨੇ ਉਹਨਾਂ ਟੱਬਰਾਂ ਵਿੱਚੋਂ ਆਦਮੀ ਚੁਣ ਕੇ ਪੁਰੋਹਿਤ ਬਣਾਏ ਜਿਨ੍ਹਾਂ ਦਾ ਸਬੰਧ ਲੇਵੀ ਕਬੀਲੇ ਨਾਲ ਸੀ। ਯਰੋਬੋਆਮ ਨੇ ਯਰੂਸ਼ਲਮ ਵਿੱਚ ਮਨਾਏ ਜਾਣ ਵਾਲੇ ਤਿਉਹਾਰ ਵਾਂਗ ਇੱਕ ਤਿਉਹਾਰ ਵੀ 8ਵੇਂ ਮਹੀਨੇ ਦੀ 15ਵੀਂ ਤਰੀਕ ਨੂੰ ਰੱਖਿਆ। ਇਸ ਦਿਨ ਉਸ ਨੇ ਬੈਤੇਲ ਵਿੱਚ ਆਪਣੀ ਬਣਾਈ ਵੇਦੀ ਉੱਤੇ ਸੋਨੇ ਦੇ ਵੱਛੇ ਅੱਗੇ ਬਲੀਆਂ ਚੜਾਈਆਂ। ਉਸ ਨੇ ਬੈਤੇਲ ਦੇ ਪੂਜਾ ਸਥਾਨ ਲਈ ਪੁਰੋਹਿਤ ਵੀ ਰੱਖੇ। ਰਾਜਾ ਯਰੋਬੋਆਮ ਉੱਤੇ ਇਸ ਘਟਨਾ ਦਾ ਕੋਈ ਅਸਰ ਨਾ ਹੋਇਆ ਅਤੇ ਉਸ ਨੇ ਸਧਾਰਨ ਟੱਬਰਾਂ ਵਿੱਚੋਂ ਹੋਰ ਪੁਰੋਹਿਤ ਚੁਣੇ ਅਤੇ ਉਹਨਾਂ ਨੂੰ ਆਪਣੀਆਂ ਵੇਦੀਆਂ ਉੱਤੇ ਠਹਿਰਾਇਆ। ਜੋ ਕੋਈ ਮਨੁੱਖ ਵੀ ਪੁਰੋਹਿਤ ਬਣਨਾ ਚਾਹੁੰਦਾ ਸੀ ਉਹ ਉਸੇ ਨੂੰ ਪੁਰੋਹਿਤ ਬਣਾ ਦਿੰਦਾ ਸੀ। ਉਸ ਦੇ ਇਸ ਪਾਪ ਕਾਰਨ ਉਸ ਦੇ ਟੱਬਰ ਦਾ ਇਸ ਧਰਤੀ ਤੋਂ ਨਾਸ਼ ਹੋਣਾ ਜ਼ਰੂਰੀ ਹੋ ਗਿਆ ਸੀ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। मजबूत मेरा दिल है, शौकत दे नाल
मालिक तुम ही हो, सारी सृष्टि के रक्षक तुम ही हो। करते हैं तुमको सादर प्रणाम, गाते हैं तेरे ही गुणगान। सारी सृष्टि के मालिक तुम ही हो, सारी सृष्टि के रक्षक तुम ही हो। करते हैं तुमको सादर प्रणाम, गाते हैं तेरे ही गुणगान। हालेलुया, 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 आमीन। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਚੀਲ ਦਾ ਸੰਤ ਮਰਕੁਸ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਹਨੀ ਦਿਨੀ ਜਦੋਂ ਇੱਕ ਵੱਡੀ ਭੀੜ ਫਿਰ ਇਕੱਠੀ ਹੋਈ ਤਾਂ ਲੋਕਾਂ ਕੋਲ ਖਾਣ ਲਈ ਕੁਝ ਨਹੀਂ ਸੀ, ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਸੱਦਿਆ ਤੇ ਕਿਹਾ, ਮੈਨੂੰ ਇਹਨਾਂ ਲੋਕਾਂ ਤੇ ਤਰਸ ਆਉਂਦਾ ਹੈ, ਕਿਉਂਕਿ ਇਹ ਲੋਕ 3 ਦਿਨਾਂ ਤੋਂ ਮੇਰੇ ਨਾਲ ਹਨ ਅਤੇ ਇਹਨਾਂ ਕੋਲ ਖਾਣ ਲਈ ਕੁਝ ਨਹੀਂ ਹੈ। ਜੇਕਰ ਮੈਂ ਇਹਨਾਂ ਨੂੰ ਭੁੱਖਿਆਂ ਘਰ ਘੱਲ ਦੇਵਾਂ, ਇਹ ਰਾਹ ਵਿੱਚ ਮੰਨਦੇ ਪੈ ਜਾਣਗੇ। ਇਹਨਾਂ ਵਿੱਚੋਂ ਕੁਝ ਬਹੁਤ ਦੂਰੋਂ ਆਏ ਹੋਏ ਹਨ। ਉਸ ਦੇ ਚੇਲਿਆਂ ਨੇ ਉਸ ਨੂੰ ਉੱਤਰ ਦਿੱਤਾ, ਕੋਈ ਕਿਸ ਤਰ੍ਹਾਂ ਇਸ ਉਜਾੜ ਥਾਂ ਵਿੱਚ ਇਹਨਾਂ ਲੋਕਾਂ ਨੂੰ ਰੋਟੀ ਖਵਾ ਸਕਦਾ ਹੈ। ਉਸ ਨੇ ਉਹਨਾਂ ਤੋਂ ਪੁੱਛਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਉਹਨਾਂ ਨੇ ਕਿਹਾ, 7। ਯਿਸੂ ਨੇ ਭੀੜ ਨੂੰ ਜ਼ਮੀਨ ਉੱਤੇ ਬੈਠਣ ਦੀ ਆਗਿਆ ਦਿੱਤੀ। ਫਿਰ ਉਸ ਨੇ 7 ਰੋਟੀਆਂ ਲਈਆਂ ਤੇ ਧੰਨਵਾਦ ਦੇਣ ਦੇ ਬਾਅਦ ਉਹਨਾਂ ਨੂੰ ਤੋੜ ਕੇ ਚੇਲਿਆਂ ਨੂੰ ਦਿੱਤਾ ਕਿ ਉਹਨਾਂ ਨੂੰ ਲੋਕਾਂ ਅੱਗੇ ਪਰੋਸ ਦੇਣ। ਉਹਨਾਂ ਕੋਲ ਕੁਝ ਛੋਟੀਆਂ ਮੱਛੀਆਂ ਵੀ ਸਨ। ਉਹਨਾਂ ਨੂੰ ਅਸੀਸ ਦੇਣ ਦੇ ਬਾਅਦ ਉਸ ਨੇ ਆਗਿਆ ਦਿੱਤੀ ਕਿ ਉਹ ਵੀ ਲੋਕਾਂ ਅੱਗੇ ਪਰੋਸ ਦਿੱਤੀਆਂ ਜਾਣ। ਸਾਰਿਆਂ ਨੇ ਖਾਧਾ ਅਤੇ ਰੱਜ ਕੇ ਫਿਰ ਉਹਨਾਂ ਨੇ ਬਚੇ ਹੋਏ ਟੁਕੜਿਆਂ ਨੂੰ ਇਕੱਠੇ ਕੀਤਾ ਅਤੇ 7 ਟੋਕਰੇ ਭਰੇ। ਉੱਥੇ ਲਗਭਗ 4000 ਲੋਕ ਸਨ। ਯਿਸੂ ਨੇ ਲੋਕਾਂ ਨੂੰ ਵਿਦਾ ਕੀਤਾ। ਫਿਰ ਤੁਰੰਤ ਉਹ ਆਪਣੇ ਚੇਲਿਆਂ ਦੇ ਨਾਲ ਕਿਸ਼ਤੀ ਵਿੱਚ ਚੜ੍ਹ ਕੇ ਦਲਮਾਨੁਥਾ ਦੇ ਇਲਾਕੇ ਨੂੰ ਚਲਾ ਗਿਆ। ਇਹ ਪ੍ਰਭੂ ਦੀ ਪਵਿੱਤਰ ਅੰਚੀਲ ਹੈ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਵਿੱਚ ਪਿਆਰਿਓ, ਅੱਜ ਦੀ ਅੰਜੀਲ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦਾ ਇੱਕ ਬਹੁਤ ਹੀ ਖਾਸ ਗੁਣ ਦੇਖਦੇ ਹਾਂ। ਲੋਕਾਂ ਉੱਤੇ ਤਰਸ ਕਰਨਾ, ਲੋਕਾਂ ਦੀਆਂ ਲੋੜਾਂ ਨੂੰ ਸਮਝ ਲੈਣਾ, ਲੋਕਾਂ ਦੀਆਂ ਮੁਸ਼ਕਲਾਂ ਨੂੰ ਜਾਣ ਲੈਣਾ ਅਤੇ ਉਹਨਾਂ ਦੇ ਨਾਲ ਆਪਣੇ ਆਪ ਨੂੰ ਮਹਿਸੂਸ ਕਰਨਾ। ਪ੍ਰਭੂ ਯਿਸੂ ਮਸੀਹ ਨੂੰ ਕਿਸੇ ਨੇ ਨਹੀਂ ਕਿਹਾ ਭੀੜ ਵਿੱਚੋਂ ਕਿ ਸਾਨੂੰ ਭੁੱਖ ਲੱਗੀ ਹੈ, ਅਸੀਂ ਭੁੱਖੇ ਹਾਂ, ਅਸੀਂ 3 ਦਿਨਾਂ ਤੋਂ ਇੱਥੇ ਪਿੱਛੇ ਤੁਹਾਡੇ ਆ ਰਹੇ ਹਾਂ। ਕਿਸੇ ਨੇ ਕੋਈ ਗੱਲ ਨਹੀਂ ਕਹੀ, ਪਰ ਯਿਸੂ ਆਪ ਖੁਦ ਇਹ ਸਾਰਾ ਕੁਝ ਜਾਣ ਗਏ ਕਿ ਇਹਨਾਂ ਲੋਕਾਂ ਨੂੰ ਰੋਟੀ ਦੀ ਜ਼ਰੂਰਤ ਹੈ। ਅਸੀਂ ਜਾਣਦੇ ਕਿ ਪ੍ਰਭੂ ਯਿਸੂ ਮਸੀਹ ਸਾਨੂੰ ਰੂਹਾਨੀ ਤੌਰ 'ਤੇ ਮਜ਼ਬੂਤ ਬਣਾਉਣ ਲਈ ਆਏ, ਰੂਹਾਨੀਅਤ ਵਿੱਚ ਵਧਾਉਣ ਲਈ ਆਏ ਅਤੇ ਸਾਨੂੰ ਬਰਕਤਾਂ ਦੇਣ ਆਏ ਤਾਂ ਕਿ ਅਸੀਂ ਹੋਰ ਪਵਿੱਤਰ ਲੋਕ ਬਣੀਏ। ਪਰ ਅੱਜ ਅਸੀਂ ਇਹ ਵੀ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਸਿਰਫ ਸਾਡੀ ਰੂਹਾਨੀ ਲੋੜਾਂ ਦੀਆਂ ਹੀ ਫਿਕਰਾਂ ਨਹੀਂ ਕਰਦੇ, ਜਿਸਮਾਨੀ ਲੋੜਾਂ ਦੀਆਂ ਵੀ ਫਿਕਰਾਂ ਕਰਦੇ ਹਨ ਅਤੇ ਉਹ ਆਪਣੇ ਲੋਕਾਂ ਉੱਤੇ ਤਰਸ ਕਰਦੇ ਨੇ ਅਤੇ ਉਹਨਾਂ ਲਈ ਇੰਤਜ਼ਾਮ ਵੀ ਕਰਦੇ ਨੇ, ਉਹਨਾਂ ਨੂੰ ਭੋਜਨ ਵੀ ਛਕਾਉਂਦੇ ਹਨ। ਤੇ ਉਹਦੇ ਬਾਅਦ ਕੀ ਹੁੰਦਾ, ਤੁਰੰਤ ਉਹ ਫਿਰ ਦੂਸਰੀ ਜਗ੍ਹਾ 'ਤੇ ਚਲੇ ਜਾਂਦੇ ਨੇ। ਹੁਣ ਜੇਕਰ ਅਸੀਂ ਪਹਿਲੇ ਪਾਠ ਨੂੰ ਤੇ ਇਸ ਅੰਜੀਲ ਦੇ ਪਾਠ ਨੂੰ ਦੁਬਾਰਾ ਤੋਂ ਦੇਖਣ ਦੀ ਕੋਸ਼ਿਸ਼ ਕਰੀਏ, ਪਹਿਲੇ ਪਾਠ ਵਿੱਚ ਅਸੀਂ ਇੱਕ ਆਮ ਇਨਸਾਨੀ ਲਾਲਚ ਦੇਖਦੇ ਹਾਂ
ਯਰੋਬੋਆਮ ਕਿ ਉਹ ਉਸ ਦਾ ਰਾਜ ਸਥਾਪਿਤ ਰਹੇ, ਲੋਕੀ ਉਸ ਨੂੰ ਕਿਤੇ ਮਾਰ ਨਾ ਦੇਣ, ਉਹ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੰਦਾ ਹੈ ਆਪਣੇ ਸਵਾਰਥ ਦੇ ਲਈ, ਆਪਣੇ ਆਪ ਲਈ। ਅਤੇ ਇੱਥੇ ਅਸੀਂ ਦੇਖਦੇ ਕਿ ਯਿਸੂ ਮਸੀਹ ਸਾਨੂੰ ਇੱਕ ਦਇਆ ਦਾ ਸਬਕ ਸਿਖਾਉਂਦੇ ਹਨ, ਇੱਕ ਦੂਜੇ ਨੂੰ ਸਮਝਣ ਦਾ ਸਬਕ ਸਿਖਾਉਂਦੇ ਹਨ, ਇੱਕ ਦੂਜੇ ਦੀ ਲੋੜ ਵਿੱਚ ਖੜੇ ਹੋਣ ਦਾ ਸਬਕ ਸਿਖਾਉਂਦੇ ਹਨ। ਅਤੇ ਲੋਕਾਂ ਨੂੰ ਭੋਜਨ ਕਰਾਉਣ ਦੇ ਬਾਅਦ ਉਹ ਉਡੀਕ ਨਹੀਂ ਕਰਦੇ ਕਿ ਮੈਂ ਇੱਥੇ ਹੁਣ ਥੋੜ੍ਹੀ ਦੇਰ ਖੜਾ ਰਹਾਂ, ਲੋਕੀ ਆਣ ਕੇ ਮੈਨੂੰ ਵਧਾਈ ਦੇਣ, ਲੋਕੀ ਆਣ ਕੇ ਮੈਨੂੰ ਅਪਰੀਸ਼ੀਏਟ ਕਰਨ। ਪ੍ਰਭੂ ਨੇ ਇੱਕ ਨੇਕ ਕੰਮ ਕੀਤਾ ਅਤੇ ਤੁਰੰਤ ਆਪਣੇ ਦੂਸਰੇ ਕੰਮ ਵਿੱਚ ਲੱਗ ਗਏ। ਸਾਨੂੰ ਵੀ ਪ੍ਰਭੂ ਯਿਸੂ ਕੋਲੋਂ ਸਿੱਖਣ ਦੀ ਲੋੜ ਹੈ। ਕਈ ਵਾਰੀ ਅਸੀਂ ਅਜਿਹੇ ਕੰਮ ਕਰਦੇ ਹਾਂ ਅਤੇ ਅਸੀਂ ਫਿਰ ਅਪਰੀਸ਼ੀਏਸ਼ਨ ਦੀ ਭਾਲ ਕਰਦੇ ਕਿ ਲੋਕੀ ਆਣ ਕੇ ਸਾਨੂੰ ਕਹਿਣ ਕਿ ਤੁਸੀਂ ਬਹੁਤ ਵਧੀਆ ਕੀਤਾ ਜੀ। ਅਸੀਂ ਤਾੜੀਆਂ ਸੁਣਨ ਦੀ ਆਸ ਰੱਖਦੇ ਹਾਂ, ਤਾਂਘ ਰੱਖਦੇ ਹਾਂ। ਪਰ ਪ੍ਰਭੂ ਯਿਸੂ ਮਸੀਹ ਅੱਜ ਸਾਨੂੰ ਸਿਖਾਉਂਦੇ ਨੇ ਕਿ ਜੋ ਸਾਡੇ ਕੰਮ ਹਨ ਲੋਕਾਂ ਪ੍ਰਤੀ, ਅਸੀਂ ਉਹਨਾਂ ਨੂੰ ਕਰੀਏ ਅਤੇ ਆਪਣੇ ਕੰਮ ਵਿੱਚ ਅੱਗੇ ਲੱਗੇ ਰਹੀਏ। ਤੇ ਆਓ ਅਸੀਂ ਅੱਜ ਪ੍ਰਭੂ ਯਿਸੂ ਮਸੀਹ ਦੇ ਇਸ ਗੁਣ ਨੂੰ, ਜੋ ਇਹਨਾਂ ਲੋਕਾਂ ਉੱਤੇ ਤਰਸ ਖਾ ਕੇ ਉਹਨਾਂ ਨੂੰ ਭੋਜਨ ਛਕਾ ਕੇ ਅਤੇ ਆਪਣੇ ਕੰਮ ਵਿੱਚ ਫਿਰ ਜਾਰੀ ਰਹਿੰਦੇ ਹਨ, ਅਸੀਂ ਵੀ ਇਹ ਆਮ ਪਨ ਸਿੱਖਣ ਦੀ ਕੋਸ਼ਿਸ਼ ਕਰੀਏ। ਆਪਣੇ ਜੀਵਨ ਵਿੱਚ ਚੰਗੇ ਕੰਮ ਕਰੀਏ, ਨੇਕ ਕੰਮ ਕਰੀਏ, ਭਲਾਈ ਦੇ ਕੰਮ ਕਰੀਏ ਅਤੇ ਆਪਣੇ ਕੰਮਾਂ ਵਿੱਚ ਅੱਗੇ ਵਧਦੇ ਰਹੀਏ। ਅਸੀਂ ਪ੍ਰਾਰਥਨਾ ਕਰਦੇ ਹਾਂ ਆਪਣੇ ਸਾਰਿਆਂ ਦੇ ਲਈ, ਖਾਸ ਕਰਕੇ ਜੋ ਅਸੀਂ ਘਮੰਡ, ਸਵਾਰਥ ਅਤੇ ਹੋਰ ਅਜਿਹੀਆਂ ਚੀਜ਼ਾਂ ਨਾਲ ਭਰੇ ਹੋਏ ਹਾਂ, ਇਸ ਤੋਂ ਆਜ਼ਾਦ ਹੋਈਏ ਅਤੇ ਪ੍ਰਭੂ ਯਿਸੂ ਮਸੀਹ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰੀਏ। ਪ੍ਰਭੂ ਖੁਦਾ ਹਮੇਸ਼ਾ ਸਾਨੂੰ ਆਪਣੀਆਂ ਬਰਕਤਾਂ ਨਾਲ ਭਰਪੂਰ ਕਰੇਗਾ। दरबार में आया, दिल नजराना नाल आया। तेरे विच दरबार में आया, दिल नजराना नाल आया। मेरे ते कर रहम दसाया, तो छूट जावा मैं। यीशु सूली वाला शाफी, नजरा तेनू चढ़ावा मैं।
ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਪੂਰੀ ਕੁਦਰਤ ਵਾਲਾ ਖੁਦਾ ਸਾਡਾ ਬਾਪ ਮੇਰੀ ਅਤੇ ਤੁਹਾਡੀ ਇਸ ਕੁਰਬਾਨੀ ਨੂੰ ਪ੍ਰਵਾਨ ਕਰੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤਤ ਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੀ ਭਲੀ ਲਈ ਕਬੂਲ ਕਰੇ। ਹੈ ਪ੍ਰਭੂ ਸਾਡੇ ਖੁਦਾ, ਸਾਡੀ ਜਿਸਮਾਨੀ ਕਮਜ਼ੋਰੀ ਵਿੱਚ ਸਾਨੂੰ ਸਹਾਰਾ ਦੇਣ ਲਈ ਤੂੰ ਰੋਟੀ ਅਤੇ ਅੰਗੂਰੀ ਮਹਿ ਨੂੰ ਬਣਾਇਆ। ਬਖਸ਼ ਦੇ ਕਿ ਹੁਣ ਇਹ ਸਾਡੇ ਲਈ ਸਦੀਵੀ ਜੀਵਨ ਦਾ ਸੈਕਰਾਮੈਂਟ ਬਣ ਜਾਵੇ, ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਹੈ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ, ਉਸ ਦੇ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ, ਜਿਸ ਨੂੰ ਤੂੰ ਸਾਡਾ ਮੁਕਤੀਦਾਤਾ ਤੇ ਨਜਾਤ ਬਖਸ਼ਣ ਵਾਲੇ ਵਜੋਂ ਭੇਜਿਆ, ਜਿਸ ਨੇ ਰੂਹ ਪਾਕ ਦੇ ਰਾਹੀਂ ਦੇਹ ਧਾਰ ਕੇ ਕੁਆਰੀ ਤੋਂ ਜਨਮ ਲਿਆ। ਤੇਰੀ ਪਾਕ ਮਰਜ਼ੀ ਪੂਰੀ ਕਰਦਿਆਂ ਤੇਰੇ ਲਈ ਇੱਕ ਪਾਕ ਕੌਮ ਨੂੰ ਹਾਸਲ ਕਰਕੇ ਉਸਨੇ ਆਪਣੀਆਂ ਬਾਹਾਂ ਪਸਾਰ ਕੇ ਦੁੱਖ ਤਸੀਹੇ ਚੱਲੇ ਤਾਂ ਜੋ ਮੌਤ ਦਾ ਨਾਸ਼ ਕਰੇ ਅਤੇ ਜੀ ਉੱਠਣ ਨੂੰ ਪ੍ਰਗਟ ਕਰੇ। ਇਸ ਲਈ ਫਰਿਸ਼ਤਿਆਂ ਤੇ ਸਾਰੇ ਸੰਤਾਂ ਨਾਲ ਰਲ ਕੇ ਅਸੀਂ ਤੇਰੇ ਜਲਾਲ ਦਾ ਐਲਾਨ ਕਰਦੇ ਹੋਏ ਇੱਕ ਹੀ ਆਵਾਜ਼ ਨਾਲ ਇਹ ਕਹਿੰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਾਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਾਨਾ। ਹੈ ਪ੍ਰਭੂ ਤੂੰ ਸੱਚਮੁੱਚ ਪਾਕ ਹੈ ਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਾਓ ਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਲਓ ਤੇ ਇਸ ਵਿੱਚੋਂ ਪੀਓ, ਕਿਉਂ ਜੋ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਹੈ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਹੈ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਯਾਤਰੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਫਰੈਂਕੋ ਦੇ ਅਗਨੇਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜਿੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਨੂੰ ਸਵਾਗਤ ਕਰ। ਹੈ ਪ੍ਰਭੂ, ਅਸੀਂ ਬੇਨਤੀ ਕਰਦੇ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਤਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਤਨ ਰਸੂਲਾਂ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ।
ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ। ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਆਓ ਅਸੀਂ ਸਾਰੇ ਰਲ ਕੇ ਖੁਦਾ ਦਾ ਰਾਜ ਆਉਣ ਲਈ ਪ੍ਰਾਰਥਨਾ ਕਰੀਏ, ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਹੈ। ਐ ਸਾਡੇ ਬਾਪ ਜਿਹੜਾ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ, ਜ਼ਮੀਨ ਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਹੈ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀ ਦਾਤਾ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ, ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਤੇ ਏਕਤਾ ਪ੍ਰਦਾਨ ਕਰ, ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪੋ ਵਿੱਚ ਸ਼ਾਂਤੀ ਦਾ ਨਿਸ਼ਾਨ ਦੇਈਏ। ਐ ਲੈ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਉਹ ਹਨ ਜੋ ਇਸ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। खाने ते यीशु खुद फरमाया है, अपना बदन लहू यीशु ने पिलाया है। आखिरी खाने ते यीशु खुद फरमाया है, अपना बदन लहू यीशु ने पिलाया है। खाओ बदन मेरा, पियो लहू मेरा, खाओ बदन मेरा, पियो लहू मेरा। आखिरी खाने पे यीशु खुद फरमाया है, अपना बदन लहू यीशु ने पिलाया है। खाओ बदन मेरा, पियो लहू मेरा, खाओ बदन मेरा, पियो लहू मेरा। रोटी नू बदन बना के आप खिलाया है, दाख रस नू लहू बना के आप पिलाया है। रोटी नो बदन बना के आप खिलाया है, दाख रस नो लहू बना के आप पिलाया है। तुसी सारे खाओ,
ਤੁਸੀਂ ਸਾਰੇ ਪੀਓ, ਤੁਸੀਂ ਸਾਰੇ ਖਾਓ, ਤੁਸੀਂ ਸਾਰੇ ਪੀਓ। आखिरी खाने ते यीशु खुद फरमाया है, अपना बदन लहू यीशु ने पिलाया है। आखिरी खाने ते यीशु खुद फरमाया है, अपना बदन लहू यीशु ने पिलाया है। खाओ बदन मेरा, पियो लहू मेरा, खाओ बदन मेरा, पियो लहू मेरा, पियो लहू मेरा, पियो लहू मेरा। ਆਓ ਪ੍ਰਭੂ ਦੀ ਦਇਆ ਲਈ ਉਸ ਦਾ ਧੰਨਵਾਦ ਕਰੀਏ ਅਤੇ ਮਨੁੱਖ ਦੇ ਬੱਚਿਆਂ ਲਈ ਕੀਤੇ ਉਸ ਦੇ ਅਚਰਜ ਕੰਮਾਂ ਲਈ ਵੀ। ਉਹ ਧਿਆਇਆਂ ਨੂੰ ਪਾਣੀ ਦਿੰਦਾ ਅਤੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਉਂਦਾ ਹੈ। ਅਸੀਂ ਪ੍ਰਾਰਥਨਾ ਕਰੀਏ। ਹੈ ਪ੍ਰਭੂ ਖੁਦਾ, ਤੇਰੀ ਮਰਜ਼ੀ ਹੈ ਕਿ ਅਸੀਂ ਇੱਕੋ ਰੋਟੀ ਅਤੇ ਇੱਕੋ ਹੀ ਪਿਆਲੇ ਵਿੱਚ ਹਿੱਸੇਦਾਰ ਬਣੀਏ। ਬਖਸ਼ ਦੇ ਕਿ ਇੱਕ ਸਰੀਰ ਬਣ ਕੇ ਮਸੀਹ ਨਾਲ ਜੁੜੇ ਰਹਿੰਦੇ ਹੋਏ ਅਸੀਂ ਖੁਸ਼ੀ ਨਾਲ ਦੁਨੀਆ ਦੀ ਮੁਕਤੀ ਲਈ ਸਦੀਵੀ ਜੀਵਨ ਦੇ ਫਲ ਪੈਦਾ ਕਰੀਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤੁਹਾਨੂੰ ਆਸ਼ੀਰਵਾਦ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਪ੍ਰਭੂ ਦੀ ਸ਼ਾਂਤੀ ਵਿੱਚ ਚਾਹੀਏ। खुदा दा शुक्र होवे। ਦੁਆ ਯਾਦ ਕਰ। याद कर ऐ निहायत मेहरबान कुआरी मरियम, पे ये कदी नहीं सुनिया गया कि कोई भी तेरी पनाह लभदे आ, तेरी मदद चाहुंदे आ, तेरी सिफारिश मंगदे आ, तेथों खाली गया होवे। ऐ कुआरी कुआरियां दी अते मेरी मां, इस तसल्ली नाल मैं तेरे कोल नसी आउंदी हां अते तेरे अगे खलो के मैं गुनाही रोंदी हां। ऐ देहतारी होवे कलाम दी मां, तू मेरी अर्ज़ां नूं हकीर ना जान, सगों मेहरबानी नाल सुन अते कबूल कर। आमीन। शांति दी रानी मुबारक मां मरियम साडे लिए दुआ कर। करे है रहमत साडे रब दी, सदा ते करे है रहमत साडे रब दी। करो रब दी शुक्र गुजारी, करो रब दी शुक्र गुजारी। निकी निकली है उस तो सारी, निकी निकली है उस तो सारी। सदा ती करे है रहमत साडे रब दी, सदा ती करे है रहमत साडे रब दी। काश इस्राएल बोले, काश इस्राएल बोले, ओदी उस्तत विच मुँह खोले, ओदी उस्तत विच मुँह खोले। सदा ती करे है रहमत साडे रब दी, सदा ती करे है रहमत साडे रब दी, सदा ती करे है रहमत साडे रब दी।